ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਸਮਝਣਾ ਤੇ ਕਹਿਣਾ ਚਾਹੁੰਦੇ ਹਾਂ, ਉਹਦੀ ਸ਼ੁਰੂਆਤ ਸਿੰਘ ਸਾਹਿਬ ਜੀ ਨੇ ਤੇ ਸਰ ਜਸਪਾਲ ਸਿੰਘ ਜੀ ਨੇ ਕੀਤੀ ਹੈ। ਮੈਂ ਇਹ ਗੱਲ ਇੱਥੇ ਸਾਂਝੀ ਕਰਨਾ ਚਾਹੁੰਦਾ ਕਿ ਪਹਿਲੀ ਜਿਹੜੀ ਗੱਲ ਮੈਂ ਖੁੱਲ੍ਹ ਕੇ ਮੈਂ ਪੁਆਇੰਟਸ ਵਾਈਜ਼ ਰੱਖਦਾ ਕਿ ਪਹਿਲਾ ਪੁਆਇੰਟ ਇਹ ਹੈ ਕਿ ਸਾਨੂੰ ਸੈਲਫ ਗਵਰਨੈਂਸ ਵਾਲੇ ਪਾਸੇ ਜਾਣਾ ਚਾਹੀਦਾ ਹੈ। ਸਾਡਾ ਮਾਡਲ ਇਲੈਕਸ਼ਨ ਕਦੇ ਵੀ ਨਹੀਂ ਸੀਗਾ, ਸਾਡਾ ਮਾਡਲ ਸਿਲੈਕਸ਼ਨ ਸੀਗਾ। ਹੁਣ ਚੂँਕਿ ਜਦੋਂ ਜੇ ਪਿੱਛੇ ਜਾਂਦੇ ਹੋ ਤੇ ਜਿਹੜੀ ਪਹਿਲੀ ਕਮੇਟੀ ਫਾਰਮ ਕੀਤੀ ਗਈ ਸੀ, ਉਸ ਕਮੇਟੀ ਦੇ ਲਈ ਜਦੋਂ ਸੱਦੇ ਲਾਏ ਗਏ, ਪਹਿਲਾਂ ਤਾਂ ਜਿੱਦਣ ਦਰਬਾਰ ਸਾਹਿਬ ਦੇਗ ਨਹੀਂ ਲਿੱਤੀ ਜਾਂਦੀ ਇਹ ਕਹਿ ਕੇ ਕਿ ਤੁਸੀਂ ਤੁਹਾਡੀ ਦੇਗ ਇੱਥੇ ਪ੍ਰਵਾਨ ਨਹੀਂ ਕੀਤੀ ਜਾਂਦੀ, ਤੇ ਉਦੋਂ ਜਲਿਆਂਵਾਲੇ ਬਾਗ ਤੋਂ ਇੱਕ ਇਕੱਠ ਤੁਰਦਾ ਉੱਥੇ ਅੰਦਰ ਜਾਂਦਾ। ਉਦੋਂ ਉਹ ਅਕਾਲ ਤਖਤ ਦੇ ਪ੍ਰਬੰਧਕ ਦੌੜ ਗਏ, ਉਹ ਮਹੰਤ ਜਿਹੜੇ ਨੇ ਉੱਥੇ 25 ਮੈਂਬਰੀ ਕਮੇਟੀ ਜਿਹੜੀ ਹੈ ਫਾਰਮ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਉਹ 25 ਮੈਂਬਰੀ ਕਮੇਟੀ 15 ਨਵੰਬਰ ਲਈ ਇੱਕ ਆਪਣਾ ਇਕੱਠ ਬੁਲਾਉਂਦੀ ਹੈ, ਨੁਮਾਇੰਦਾ ਇਕੱਠ। ਇਹ ਗੱਲ ਨੂੰ ਇੰਪੋਰਟੈਂਟਲੀ ਸਮਝਣਾ ਕਿ ਸੰਗਤ ਦਾ ਇਕੱਠ ਨਹੀਂ ਸੀ, ਉੱਥੇ ਬੜਾ ਕਲੀਅਰ ਇਕੱਠ ਹੈ ਕਿ ਨੁਮਾਇੰਦਾ ਇਕੱਠ ਹੈ, ਜਿਵੇਂ ਸਰਬੱਤ ਖਾਲਸੇ ਦੀ ਅਸਲ ਤਰੀਕਾ ਹੋਣਾ ਚਾਹੀਦਾ। ਉਹ ਜਦੋਂ ਉੱਥੇ ਸੰਗਤ ਪਹੁੰਚਦੀ ਹੈ, ਉਹਨਾਂ ਦੀ ਬਕਾਇਦਾ ਸਾਰਾ ਚੈੱਕ ਕਰਕੇ ਵੀ ਇਹ ਨੁਮਾਇੰਦੇ ਨੇ, ਉਹਨਾਂ 'ਚੋਂ 175 ਬੰਦਿਆਂ ਦੀ ਨੂੰ ਅੰਦਰ ਲਿਜਾਇਆ ਜਾਂਦਾ, ਜਿਨ੍ਹਾਂ ਦੀ ਸੁਧਾਈ ਕੀਤੀ ਜਾਂਦੀ ਹੈ। ਜਿਹੜੀ ਗੱਲ ਸਿੰਘ ਸਾਹਿਬ ਨੇ ਕਹੀ, ਇੱਕ ਇੰਪੋਰਟੈਂਟ ਸਵਾਲ ਪੁੱਛਿਆ ਜਾਂਦਾ ਹੈ ਕਿ ਤੁਸੀਂ ਦਸਵੰਧ ਕੱਢਦੇ ਹੋ, ਇਹਦਾ ਮਤਲਬ ਹੈ ਕਿ ਉਹਨਾਂ 'ਤੇ ਕਿਰਤੀ ਹੋਣ ਵਾਲੀ ਗੱਲ ਵੀ ਉਹਨਾਂ ਤੋਂ ਸਮਝੀ ਗਈ ਕਿ ਫਿਰ ਤੁਸੀਂ ਗੁਰੂ ਲਈ ਕੁਝ ਦਿੰਦੇ ਹੋ, ਹੈ ਨਾ। ਇਹ ਉਦੋਂ ਬੜਾ ਵਧੀਆ ਇੱਕ ਤਰੀਕਾ ਸੀਗਾ। ਤੇ ਜਦੋਂ ਬਾਹਰ ਆ ਕੇ ਇਹ ਗੱਲ ਅਨਾਊਂਸ ਕੀਤੀ ਗਈ ਤੇ ਸੁੰਦਰ ਸਿੰਘ ਮਜੀਠੀ, ਕਿਉਂਕਿ ਜਿਹੜੀ ਗੱਲ 36 ਮੈਂਬਰਾਂ ਦੀ ਆਈ, 3 ਦਿਨ ਪਹਿਲਾਂ ਪਟਿਆਲੇ ਦੇ ਮਹਾਰਾਜੇ ਦੇ ਨਾਲ ਮਿਲ ਕੇ ਸਰਕਾਰ ਨੇ ਅਨਾਊਂਸ ਕਰਤਾ, ਕਿਉਂਕਿ ਸਰਕਾਰ ਚਾਹੁੰਦੀ ਸੀ ਵੀ ਇਹ ਗੁਰਦੁਆਰੇ ਜਿਹੜੇ ਨੇ ਇਹਨਾਂ ਦਾ ਪ੍ਰਬੰਧ ਜਾਂ ਤੇ ਮਹੰਤਾਂ ਕੋਲ ਹੀ ਰਵੇ ਤੇ ਜਾਂ ਫਿਰ ਸਾਡੇ ਬਣਾਈ ਜਿਹੜੀ ਹੈ, ਕਿਉਂਕਿ ਮਜਬੂਰੀ ਹੋ ਗਈ ਸੀ, ਮਹੰਤਾਂ ਕੋਲੋਂ ਨਿਕਲ ਗਿਆ ਸੀ, ਸਿੰਘ ਸ਼ਹੀਦੀਆਂ ਪਾ ਰਹੇ ਸੀ, ਲੜਾਈ ਕਰ ਰਹੇ ਸੀ, ਮੋਰਚੇ ਲਾ ਰਹੇ ਸੀ, ਤੇ ਉਹਨਾਂ ਨੇ ਸੋਚਿਆ ਵੀ ਉਹਨਾਂ ਨੇ ਕੁਝ ਵਿੱਚ ਸੁਧਾਰਵਾਦੀ ਵੀ ਪਾ ਲਏ ਤੇ ਬਾਕੀ ਸਾਰੇ ਜਿਹੜੇ ਨੇ ਆਪਣੇ ਬੰਦੇ ਪਾ ਕੇ ਤੇ ਬਣਾਈ। ਪਰ ਉਹ ਸਿੱਖਾਂ ਨੇ ਬੜੀ ਵਧੀਆ ਇੱਕ, ਮੈਂ ਕਹਾਂਗਾ ਕਿ ਉਹਨਾਂ ਦੀ ਪੋਲੀਟੀਕਲ ਐਕੂਮੈਨ ਸੀ, ਸਮਝ ਸੀ ਉਹਨਾਂ ਨੂੰ ਕਿ ਉਹਨਾਂ ਨੇ ਉਹ 175 'ਚੋਂ 36 ਵੀ ਇਨਕਲੂਡ ਕਰ ਲਏ। ਤੇ ਸੁੰਦਰ ਸਿੰਘ ਮਜੀਠੀਆ, ਜਿਵੇਂ ਤੁਹਾਨੂੰ ਪਤਾ ਕਿ ਪਹਿਲੇ ਪ੍ਰਧਾਨ ਬਣੇ, ਭਾਵੇਂ ਉਹ ਬਾਅਦ 'ਚੋਂ ਉੱਥੇ ਪ੍ਰਧਾਨ ਬਣਨ ਤੋਂ ਬਾਅਦ ਉਹਨਾਂ ਨੂੰ ਸਰਕਾਰ ਨੇ ਨੋਮੀਨੇਸ਼ਨ ਦੇ ਦਿੱਤੀ, ਉਹ ਛੱਡ ਕੇ ਇੱਥੋਂ ਨਿਕਲ ਗਏ ਅਗਲੇ ਬੰਨੇ। ਹੁਣ ਜਦੋਂ ਤੁਸੀਂ ਇਹ 4-5 ਸਾਲ ਦੀ ਸਟਰਗਲ ਹੈ ਤੇ ਅਲਟੀਮੇਟਲੀ ਸਰ ਮੈਲਕਮ ਹੈਲੇ ਗਵਰਨਰ ਜਦੋਂ ਪੰਜਾਬ ਦਾ ਬਣਦਾ ਤੇ ਉਹ ਇਸ ਐਕਟ ਦੇ ਜਿਹੜਾ ਅੱਜ ਮੌਜੂਦਾ ਹੈ ਇਹਦਾ ਕਰਦਾ। ਮੈਨੂੰ ਹੁਣ ਧਿਆਨ 'ਚ ਨਹੀਂ ਹੈ, ਜੇ ਤੁਹਾਡੇ 'ਚੋਂ ਕਿਸੇ ਕੋਲ ਇਹ ਗੱਲ ਹੋਵੇ ਕਿ ਸ਼ਾਇਦ ਉਦੋਂ ਇੱਕ ਚਿੱਠੀ ਵੀ ਕਿਤੇ ਮੇਰੇ ਚੇਤੇ 'ਚ ਕਿਤੇ ਹੈਗੀ ਹੈ ਕਿ ਇਹ ਗਈ ਕਿ ਇਹ ਐਸਾ ਐਕਟ ਸਿੱਖਾਂ ਦੇ ਗੱਲ ਪਾ ਦਿੱਤਾ ਹੈ ਕਿ ਇਹ ਫਸੇ ਹੀ ਰਹਿਣਗੇ। ਇਹ ਕਿਤੇ ਤੁਸੀਂ ਸਾਰੇ ਇਤਿਹਾਸਕਾਰ ਹੋ, ਕਿਤੇ ਲੱਭੇ ਤੇ ਇੱਦਾਂ ਦੀ ਗੱਲ ਮੈਂ ਪੜ੍ਹੀ ਹੈ ਕਿਤੇ, ਹੁਣ ਉਹ ਮੇਰੇ ਚੇਤੇ 'ਚ ਨਹੀਂ ਹੈ ਵੀ ਕਿੱਥੇ ਪੜ੍ਹੀ ਹੈ। ਤੇ ਉਹ ਜਦੋਂ ਸਰਕਾਰ ਨੇ ਜਦੋਂ ਇਹ ਐਕਟ ਬਣਾਇਆ ਤੇ ਉਹਨਾਂ ਨੇ ਲੋਕਲ ਕਮੇਟੀਆਂ ਟਾਈਪ ਬਣਾ ਦਿੱਤੀਆਂ ਸਾਰੀਆਂ। ਇਹ ਵੀ ਇੱਕ ਚਾਲ ਸੀ ਉਹਨਾਂ ਦੀ। 1944 'ਚ ਇੱਕ ਅਮੈਂਡਮੈਂਟ ਹੁੰਦੀ ਹੈ ਜਿਹਦੇ ਤਹਿਤ, ਦੇਖੋ ਸਿੱਖ ਉਦੋਂ ਸੋਚਦੇ ਆ ਕਿ ਆਪਣਾ ਮੈਡੀਕਲ ਕਾਲਜ ਹੋਵੇ, ਯੂਨੀਵਰਸਿਟੀ ਹੋਵੇ। ਉਦੋਂ ਉਹਨਾਂ ਨੇ ਸੋਚਿਆ ਜੇ ਮੈਡੀਕਲ ਕਾਲਜ ਬਣਾਉਣਾ ਤੇ 5 ਲੱਖ ਰੁਪਇਆ ਚਾਹੀਦਾ, ਪਰ ਜਿਹੜੀਆਂ ਲੋਕਲ ਕਮੇਟੀਆਂ ਸੀਗੀਆਂ ਵੱਖ-ਵੱਖ ਗੁਰਦੁਆਰਿਆਂ ਦੀਆਂ, ਉਹ ਪੈਸਾ ਦੇਣ ਨੂੰ ਤਿਆਰ ਨਹੀਂ ਸੀ। ਸ਼੍ਰੋਮਣੀ ਕਮੇਟੀ ਦਾ ਮੌਜੂਦਾ ਫਾਰਮ 1944 'ਚ ਜਿਹੜੀ ਅਮੈਂਡਮੈਂਟ ਤੋਂ ਬਾਅਦ ਦਸਵੰਧ ਆਉਣਾ ਸ਼ੁਰੂ ਹੋਇਆ, ਜਿਹੜੀ ਗੱਲ ਧਰਮ ਪ੍ਰਚਾਰ ਲਈ, ਐਜੂਕੇਸ਼ਨ ਲਈ, ਤੇ ਉਹ ਸਾਰੀਆਂ ਚੀਜ਼ਾਂ ਬਾਅਦ ਦੀਆਂ ਨੇ। ਹੁਣ ਅਸੀਂ ਉੱਥੇ ਪਹੁੰਚ ਗਏ ਹਾਂ ਸਿਚੁਏਸ਼ਨ 'ਤੇ ਜਿਹੜੀ ਗੱਲ ਉਦੋਂ ਸਰਕਾਰ ਨੇ ਚਾਹੀ ਕਿ ਕੰਟਰੋਲ ਕਰਕੇ ਰੱਖੋ। ਸੀਗਾ ਤੇ ਪੰਜਾਬ ਦਾ ਐਕਟ ਤੇ ਪੰਜਾਬ ਕੋਲ ਰਹਿਣਾ ਚਾਹੀਦਾ ਸੀ। ਜਦੋਂ ਰੀਆਰਗਨਾਈਜੇਸ਼ਨ ਹੁੰਦੀ 1966 ਦੇ ਵਿੱਚ, ਤੇ ਉਹਦੇ 'ਚ ਜਿਹੜੀਆਂ ਇੰਟਰ ਸਟੇਟ ਜਿਹੜੀਆਂ ਚੀਜ਼ਾਂ ਸੀਗੀਆਂ, ਜਿਵੇਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਆਪਣੀ ਪੰਜਾਬ ਯੂਨੀਵਰਸਿਟੀ, ਇਹਨਾਂ ਸਾਰੀਆਂ ਚੀਜ਼ਾਂ ਦੇ ਪ੍ਰਬੰਧ ਉਹਨਾਂ ਕੋਲ ਚਲੇ ਗਏ, ਸੈਂਟਰਲ ਗੌਰਮੈਂਟ ਕੋਲ ਚਲੇ ਗਏ, ਹੋਮ ਮਿਨਿਸਟਰੀ ਕੋਲ। ਇੱਕ ਦੌਰੇ ਵੀ ਚੱਲਿਆ ਕਿ ਆਲ ਇੰਡੀਆ ਐਕਟ ਦੀ ਆਵਾਜ਼ ਬੜੀ ਬੁਲੰਦ ਕਰਕੇ ਜਸਟਿਸ ਹਰਬੰਸ ਸਿੰਘ ਹੋਰਾਂ ਨੇ, ਉਹਨਾਂ ਤੋਂ ਪਹਿਲੇ ਸ਼ਾਇਦ ਇਹ ਗੱਲ ਚੱਲੀ ਸੀ, ਤੇ ਫਿਰ ਜਸਟਿਸ ਹਰਬੰਸ ਸਿੰਘ ਕੋਲ ਉਹ ਖਰੜਾ ਆ ਗਿਆ, ਉਹਨਾਂ ਨੇ ਥੋੜ੍ਹਾ ਜਿਹਾ ਆਪਣਾ ਅਮੈਂਡਮੈਂਟ ਕਰਕੇ ਉਹਨੂੰ ਅੱਗੇ ਲਿਆਂਦਾ। ਫਿਰ ਜਸਟਿਸ ਟਵਾਣਾ ਦੀ ਕਮੇਟੀ ਬਣੀ ਜਿਨ੍ਹਾਂ ਨੇ ਉਹਨੂੰ ਵੈਟਿੰਗ ਕੀਤੀ। ਮੈਂ ਦੋਨੋਂ ਕਮੇਟੀਆਂ 'ਚ ਰਿਹਾ ਤੇ ਉਹਦੇ 'ਚ ਵੀ ਮਲਟੀ ਲੇਅਰ ਸਿਸਟਮ ਸੀਗਾ, ਸਟੇਟਾਂ ਦਾ ਆਪਣਾ ਬੋਰਡ ਤੇ ਉਹਦੇ ਉੱਤੇ ਉਹਦੇ 'ਚੋਂ ਰਿਪਰੈਜ਼ੈਂਟੇਟਿਵ ਲੈ ਕੇ ਸੈਂਟਰਲ ਬੋਰਡ, ਇੱਦਾਂ ਦੀ ਕਮੇਟੀ ਦਾ ਇੱਕ ਉਹ ਦਾਇਰਾ ਸੀਗਾ। ਪਰ ਸੈਂਟਰ ਗੌਰਮੈਂਟ ਨੇ ਜਦੋਂ ਪਹਿਲਾਂ ਤਾਂ ਆਪਣੀ ਸੁਹਿਰਦ ਨਹੀਂ ਸੀ,
ਅਸੀਂ ਹੋਮ ਮਿਨਿਸਟਰੀ ਕੋਲ ਜਦੋਂ ਜਾਂਦੇ ਸੀ ਤੇ ਮੈਨੂੰ ਉੱਥੇ ਦੱਸੀ ਗਈ ਗੱਲ ਜ਼ਿੰਮੇਵਾਰ ਅਫਸਰ ਵੱਲੋਂ ਵੀ ਜਿਹੜੀਆਂ ਦੂਜੀਆਂ ਸਟੇਟਾਂ ਨੇ ਦਿੱਲੀ ਤੇ ਮਹਾਰਾਸ਼ਟਰ, ਉਹਨਾਂ ਨੇ ਆਲ ਇੰਡੀਆ ਐਕਟ ਦੀ ਲਈ ਜਿਹੜੀ ਆ ਉਹ ਨਾ ਲਿਖ ਕੇ ਭੇਜ ਦਿੱਤੀ ਹੈ ਨਾ, ਕਿਉਂਕਿ ਕੰਸੈਂਟ ਤਾਂ ਉਹ ਐਕਟ ਵੱਖਰੇ ਚੱਲ ਰਹੇ ਆ, ਦਿੱਲੀ ਦਾ ਵੱਖਰਾ ਚੱਲ ਰਿਹਾ, ਮਹਾਰਾਸ਼ਟਰ ਦਾ ਜਿਹੜਾ ਉਹ ਨੰਦੇੜ ਬੋਰਡ ਤੇ ਬਾਕੀ ਸਾਰਾ ਉਹਨਾਂ ਦਾ ਵੱਖਰਾ ਚੱਲ ਰਿਹਾ, ਇੱਦਾਂ ਹੀ ਪਟਨਾ ਸਾਹਿਬ ਵਾਲਾ ਜਿਹੜਾ ਐਕਟ ਹੈ ਉਹ ਵੱਖਰਾ ਚੱਲ ਰਿਹਾ। ਤੇ ਇਹ ਤੁਸੀਂ ਦੇਖੋ ਸਾਡੀ ਜਦੋਂ ਇਹ ਹੋਮ ਮਿਨਿਸਟਰੀ ਕੋਲ ਚੱਲ ਜਾਂਦਾ ਤੇ 12 ਹਰਿਆਣੇ 'ਚ ਨੇ ਸੀਟਾਂ ਤੇ 1 ਹਿਮਾਚਲ, ਪਰ ਹਿਮਾਚਲ ਦਾ ਜਿਹੜਾ ਮੇਨ ਗੁਰਦੁਆਰਾ ਪੌਂਟਾ ਸਾਹਿਬ ਦਾ, ਉਹਦਾ ਆਪਣਾ ਵੱਖਰਾ ਟਰਸਟ ਹੈ, ਉਹ ਵੱਖਰੀ ਟਰਸਟ ਬਣੀ ਹੋਈ ਹੈ, ਉਹਦੇ 'ਚ ਹਿਮਾਚਲ ਦੇ ਮੈਂਬਰ ਦਾ ਕੋਈ ਰੋਲ ਨਹੀਂ ਹੈ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤੇ ਉੱਥੇ ਪ੍ਰਧਾਨ ਹੈਗਾ, ਪਰ ਉਹਦੇ ਰੋਲ ਨਹੀਂ ਹੈ। ਇਹਦਾ ਮਤਲਬ ਹੈ ਕਿ ਆਲਰੇਡੀ ਇਹ ਸਾਰੀਆਂ ਚੀਜ਼ਾਂ ਵੱਖਰੀਆਂ ਵੱਖਰੀਆਂ ਚੱਲ ਰਹੀਆਂ ਸੀ। ਤੇ ਮੈਂ ਅੱਜ ਇਹ ਸੁਜੈਸਟ ਕਰਨਾ ਚਾਹੁੰਦਾ ਕਿ ਸਾਨੂੰ ਆਪਣਾ ਪੰਜਾਬ ਦਾ ਐਕਟ ਬਿਲਕੁਲ ਡਿਫਰੈਂਟ ਅਸੀਂ ਸਟੈਂਡ ਵਾਲੇ ਪਾਸੇ ਮੈਂ ਸਮਝਦਾ ਕਿ ਸਾਨੂੰ ਜਾਣਾ ਚਾਹੀਦਾ ਕਿ ਪੰਜਾਬ ਦਾ ਐਕਟ ਹੋਣਾ ਚਾਹੀਦਾ ਆਪਣਾ, ਤਾਂ ਕਿ ਪੰਜਾਬ ਜਿਹੜਾ ਹੈ ਇਹ ਜਦੋਂ ਵੀ ਜਿੰਨੀ ਦੇਰ ਤੱਕ ਅਸੀਂ ਸੈਲਫ ਗਵਰਨੈਂਸ ਵਾਲੇ ਪਾਸੇ ਨਹੀਂ ਜਾਂਦੇ, ਤੇ ਜੇ ਪੰਜਾਬ ਦਾ ਐਕਟ ਬਣਦਾ ਤੇ ਐਟਲੀਸਟ ਪੰਜਾਬ ਗਵਰਨਮੈਂਟ ਤੇ ਸਿੱਖਾਂ ਦੀ ਆਪਣੀ ਇੱਕ ਪ੍ਰਭਾਵ ਰਹਿੰਦਾ ਹੈ, ਕਿਉਂਕਿ ਅਸੀਂ ਪੰਜਾਬ 'ਚ ਸਾਰੇ ਜਾਣੇ ਉੱਥੇ ਵੋਟਾਂ ਦੀ ਜੇ ਗਿਣਤੀ ਮਿਣਤੀ ਦੀ ਵੀ ਗੱਲ ਕਰੀਏ ਤੇ ਅਸੀਂ ਪ੍ਰਭਾਵ ਪਾ ਸਕਦੇ ਹਾਂ, ਗੱਲ ਕਰ ਸਕਦੇ ਹਾਂ, ਤੇ ਅਸੀਂ ਜਿਹੜੀਆਂ ਗੱਲਾਂ ਸੋਚਦੇ ਹਾਂ ਉਹ ਨਵਾਂ ਐਕਟ ਦੀ ਤਰਮੀਮ 'ਚ ਉਹ ਆ ਸਕਦੀਆਂ ਨੇ। ਇੱਕ ਕੁਐਸਚਨ ਇੱਥੇ ਕਾਊਂਟਰ ਕੁਐਸਚਨ ਮੇਰੇ ਨਾਲ ਪਿਛਲੇ ਦਿਨੀ ਮੈਂ ਬਹੁਤ ਸਾਰਿਆਂ ਨਾਲ ਡਿਸਕਸ ਕਰ ਰਿਹਾ ਸੀ ਕੀਤਾ ਕਿ ਜੀ ਕੀ ਇਹ ਸਾਡੇ ਕੋਲ ਪਾਵਰਸ ਨੇ ਕਿ ਪੰਜਾਬ ਆਪਣਾ ਐਕਟ ਬਣਾ ਲਵੇ। ਵੈਸੇ ਤਾਂ ਇਹ ਜਿਹੜੀ ਹੈ ਕੌਨਸਟੀਟਿਊਸ਼ਨ 25, 26, 27 ਜਿਹੜੀ ਸਾਡੇ ਆਰਟੀਕਲਸ ਨੇ ਉਹ ਇਸ ਗੱਲ ਦੇ ਲਿਖਾਏ ਕਿ ਨੇ 25 ਤੁਹਾਨੂੰ ਫਰੀडम ਆਫ ਰਿਲੀਜਨ ਤੇ ਜਿਹੜੀ 26 ਹੈ ਸ਼ਾਇਦ ਉਹ ਮੈਨੇਜਮੈਂਟ ਦੇ ਉੱਤੇ ਆ ਜਾਂਦੀ ਹੈ, ਪਰ ਤੁਹਾਡੀ ਤੁਸੀਂ ਰਿਲੀਜੀਅਸ ਬਿਲੀਫਸ ਨੂੰ ਜਿਹੜੀ ਹੈ ਉਹ ਕੰਟਰੋਲ ਨਹੀਂ ਕਰਦੇ, ਉਹਦੀ ਤੁਹਾਨੂੰ ਆਜ਼ਾਦੀ ਹੈ, ਪਰ ਸਬਜੈਕਟ ਟੂ ਪਬਲਿਕ ਮੋਰੈਲਿਟੀ ਕਿ ਜੇ ਤੁਸੀਂ ਕੋਈ ਇੱਦਾਂ ਦਾ ਕੰਮ ਨਹੀਂ ਕਰਦੇ ਜਿਹੜੇ ਦੂਜੇ ਨੂੰ ਹਰਟ ਕਰਦਾ ਤੇ ਉਹ ਉਦੋਂ ਤੱਕ ਤੁਸੀਂ ਆਪਣਾ ਤੇ ਜਿਹੜਾ 26 ਹੈ ਉਹ ਕਹਿੰਦਾ ਹੈ ਕਿ ਅਸੀਂ ਐਕਟ ਬਣਾ ਸਕਦੇ ਹਾਂ, ਗਵਰਨੈਂਸ ਕਰ ਸਕਦੇ ਹਾਂ, ਉਹਦੀ ਪੋਲੀਟੀਕਲ ਉਹਦੀ ਅਕਾਊਂਟਸ ਉਹਦੀ ਰੱਖ ਰਖਾਵ ਦੀ ਮੈਨੇਜਮੈਂਟ ਦੇ ਲਈ ਉਹਦੇ ਤਹਿਤ ਹੀ ਇਹ ਬਣਿਆ ਹੋਇਆ। ਤੇ ਅਸੀਂ ਹਰਿਆਣੇ ਨੇ ਵੀ ਉਸੇ ਤਹਿਤ ਹੀ ਬਣਾਇਆ। ਮੈਂ ਕੋਸ਼ਿਸ਼ ਕੀਤੀ ਸੀ, ਮੈਨੂੰ ਛੁੱਟੀਆਂ ਹੋਣ ਕਰਕੇ ਉਹ ਸਾਰੀਆਂ ਫਾਈਲਸ ਨਹੀਂ ਮਿਲ ਸਕੀਆਂ ਤੇ ਅਸੀਂ ਉਹ ਪ੍ਰਕਿਉਰ ਕਰਦੇ ਹਾਂ। ਤੇ ਅਸੀਂ ਇਹ ਸੋਚਦੇ ਹਾਂ ਕਿ ਪੰਜਾਬ ਦਾ ਆਪਣਾ ਐਕਟ ਹੋਵੇ, ਉਹਦੇ 'ਚ ਮੱਦਾਂ ਜਿਹੜੀਆਂ ਨੇ ਉਹ ਬੜੀਆਂ ਸੋਚ ਸਮਝ ਕੇ ਜਿਹੜੀਆਂ ਪੰਥ ਵੱਲ ਲੈ ਕੇ ਜਾਂਦੀਆਂ ਹੋਣ, ਜਿਹੜੀ ਉਹ ਤੁਹਾਨੂੰ ਵੈਸੇ ਤਾਂ ਜਦੋਂ ਸਹਿਜਧਾਰੀ ਦੀ ਵੀ ਡੈਫੀਨੇਸ਼ਨ ਇਹ 'ਚੋਂ ਕੱਢੀ ਗਈ, ਵੈਸੇ 1998 'ਚ ਜੇ ਸ਼ਾਇਦ ਤੁਹਾਡੇ 'ਚੋਂ ਕਿਸੇ ਨੂੰ ਚੇਤੇ 'ਚ ਹੋਵੇ ਤੇ 5ਵਾਂ ਤਖਤ ਅਸੀਂ ਭਾਵੇਂ ਆਪਣੇ ਅਰਦਾਸ 'ਚ ਜੋੜ ਲਿਆ, ਪਰ ਸਰਕਾਰ ਨੇ ਆਰਡੀਨੈਂਸ ਸ਼ਾਇਦ 97, 98 'ਚ ਕਰਕੇ ਭੇਜਿਆ ਉਹਦਾ ਕਿ ਇਹ ਜਿਹੜਾ ਹੈ ਉਹ ਆਰਡੀਨੈਂਸ ਜਿਹੜਾ ਹੈ ਉਹ 5ਵਾਂ ਤਖਤ ਅਸੀਂ ਪ੍ਰਵਾਨ ਕਰਦੇ ਹਾਂ। ਉਸ ਤੋਂ ਬਾਅਦ ਵੀ ਜਿਹੜੀਆਂ ਅਮੈਂਡਮੈਂਟਸ ਹੋਈਆਂ ਆਰਡੀਨੈਂਸ ਨਾਲ ਹੀ ਕਰ ਦਿੱਤੀਆਂ, ਈਵਨ ਬੀਬੀਆਂ ਦਾ ਰਾਖਵਾਂਕਰਨ ਦੂਜਾ ਤੀਜਾ ਉਹ ਸਾਰਾ ਆਰਡੀਨੈਂਸ ਨਾਲ ਹੀ ਕਰੀ ਗਏ। ਉਹਨਾਂ ਨੇ ਪਾਰਲੀਮੈਂਟ 'ਚ ਵੀ ਨਹੀਂ, ਸਹਿਜਧਾਰੀ ਵਾਲਾ ਹੁਣ ਜਿਹੜਾ ਪਾਰਲੀਮੈਂਟ 'ਚ ਜਾ ਕੇ ਉਹਨਾਂ ਨੇ ਉਹ ਕੀਤਾ ਸੀਗਾ ਕਿਉਂਕਿ ਉਹਦੇ ਤੇ ਰੌਲਾ ਜ਼ਿਆਦਾ ਸੀ, ਕੋਰਟਾਂ ਦੇ ਵਿੱਚ ਕੰਮ ਚਲੇ ਗਿਆ। ਜਿਹੜੀ ਦੂਜੀ ਗੱਲ ਹੈ ਕਿ ਫਸਟ ਪਾਸ ਦਾ ਪੋਸਟ ਤੋਂ ਪਰਸੈਂਟੇਜ ਰਿਪਰੈਜ਼ੈਂਟੇਟਿਵ ਸਿਸਟਮ ਵਾਲੇ ਪਾਸੇ ਜਾਣ ਦੀ ਗੱਲ ਹੈ। ਤੁਸੀਂ ਜਦੋਂ ਵੀ ਗੂਗਲ ਨੂੰ ਸਰਚ ਕਰੋ ਤੁਹਾਨੂੰ ਇਹਦੇ ਬਾਰੇ ਬਹੁਤ ਸਾਰੀਆਂ ਡਿਟੇਲਸ ਮਿਲ ਜਾਣਗੀਆਂ, ਹੈ ਨਾ। ਜਦੋਂ ਤੇ ਜਿਹੜੀਆਂ ਮਾਈਨਿਊਟ ਮਾਈਨੋਰਟੀਜ਼ ਹੁੰਦੀਆਂ ਨੇ ਵਿਦਿਨ ਕਮਿਊਨਿਟੀ ਵੀ ਜਿਹੜੇ ਵਿਚਾਰਕ ਤੌਰ ਦੇ ਉੱਤੇ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਜਦੋਂ ਤੁਸੀਂ ਫਸਟ ਪਾਸ ਦਾ ਪੋਸਟ 'ਚ ਗੱਲ ਕਰਦੇ ਹੋ ਤੇ ਨਹੀਂ ਪਹੁੰਚਦੀ ਤੇ ਧੜੇ ਕਾਬਜ ਰਹਿੰਦੇ ਨੇ। ਪ੍ਰਧਾਨ ਜੀ ਦਾ ਵੱਡਾ ਧੜਾ ਆ ਗਿਆ। ਮੈਂ ਹੁਣ ਦੀਆਂ ਇਲੈਕਸ਼ਨਸ ਨੂੰ ਜੇ ਐਨਾਲਾਈਜ਼ ਕਰਨ ਦੀ ਗੱਲ ਕਰਾਂ ਤੇ ਤੁਸੀਂ 65% ਟੋਟਲ ਵੋਟ ਐਵਰੇਜ ਆਪਾਂ ਸਮਝੋ ਕਿ ਪਈ ਹੈ ਪੰਜਾਬ 'ਚ, ਤੇ 41% ਉਹਦੇ 'ਚੋਂ ਵੋਟ ਆਮ ਆਦਮੀ ਪਾਰਟੀ ਨੂੰ ਮਿਲੀ ਹੈ। ਤੇ ਜਦੋਂ ਤੁਸੀਂ ਇਹਨੂੰ ਪੂਰੀ ਫਾਰਮੂਲਾ ਲਾ ਕੇ ਅਸੈਸ ਕਰਦੇ ਹੋ ਤੇ 100 ਬੰਦਿਆਂ 'ਚੋਂ 35 ਦੇ ਪਾਣ ਨਹੀਂ ਆਏ ਤੇ 65 ਨੇ ਪਾਈ, ਤੇ ਉਹਨਾਂ 'ਚੋਂ 65 'ਚੋਂ ਅੱਗੋਂ ਜਦੋਂ 41 ਨੂੰ ਤੁਸੀਂ ਕਰਦੇ ਹੋ ਤੇ ਉਹ 26 ਬਣਦਾ। ਇਹਦਾ ਮਤਲਬ 100 'ਚੋਂ 26% ਵੋਟਾਂ ਉਹਨਾਂ ਨੂੰ ਮਿਲੀਆਂ। ਜੇ ਤੁਸੀਂ ਪ੍ਰਨਵ ਰਾਏ ਨੇ ਇੱਕ ਰਿਸਰਚ ਉਹਨਾਂ ਨੇ ਬੜੀ ਲੰਬੀ ਚੌੜੀ ਬੜੇ ਲੰਬੇ ਸਮੇਂ ਤੋਂ ਕਰ ਰਹੇ ਸੀ, ਉਹਦੀ ਕਿਤਾਬ ਵੀ ਹੈ ਦਾ ਵਰਡਿਕਟ, ਸ਼ਾਇਦ ਮੈਨੂੰ ਸਿੱਧੂ ਸਾਹਿਬ ਨੇ ਦੱਸੀ ਸੀ, ਮੈਂ ਪੜ੍ਹੀ ਵੀ ਹੈ। ਉਹ 'ਚ ਇਹ ਗੱਲ ਨੂੰ ਉਹਨਾਂ ਨੇ ਦੱਸਿਆ, ਪਰ ਉਹ ਆਪਣੀ ਤਰ੍ਹਾਂ ਦੀ ਗੱਲ ਕਰਦੇ ਨੇ। ਪਰ ਅਸੀਂ ਜਦੋਂ ਇਹ ਗੱਲ ਕਰਦੇ ਹਾਂ ਕਿ
ਅਸੀਂ ਪ੍ਰਪੋਜ਼ ਕੀ ਕਰਨਾ ਸੋਚਦੇ ਹਾਂ? ਪ੍ਰਪੋਜ਼ ਕਰਨਾ ਇਹ ਸੋਚਦੇ ਹਾਂ ਕਿ ਮੰਨ ਲਓ 100 ਮੈਂਬਰਾਂ ਦੀ ਸ਼੍ਰੋਮਣੀ ਕਮੇਟੀ ਆ ਤੇ ਪੰਜਾਬ ਦੀ ਕਮੇਟੀ ਆ ਤੇ ਮੰਨ ਲਓ 6 ਧੜੇ ਵੀ ਖੜੇ ਹੋ ਗਏ, ਕਿਸੇ ਨੂੰ 2% ਵੋਟ ਪੈ ਗਈ ਤੇ ਉਹਦੇ 2 ਮੈਂਬਰ ਚੁਣ ਕੇ ਅੰਦਰ ਪਹੁੰਚ ਗਏ, ਕਿਸੇ ਕੋਲ 7 ਪੈ ਗਈ ਤੇ 7 ਪਹੁੰਚ ਕੇ। ਇਹਨੂੰ ਫਰਦਰ ਰਿਫਾਈਨ ਕੀਤਾ ਜਾ ਸਕਦਾ। ਇੱਕ ਵੇਗ ਜਿਹੜੀ ਹੈ ਉਹ ਤੁਹਾਡੇ ਅੱਗੇ ਪੇਸ਼ਕਸ਼ ਹੈ। ਇਸ ਤੋਂ ਬਾਅਦ ਹੋਰ ਵੀ ਐਕਸਪਰਟਸ ਕੋਲ ਜਾਇਆ ਜਾ ਸਕਦਾ ਤੇ ਉਹ ਜਿਹੜਾ ਵੱਡਾ ਧੜਾ ਹੈ ਉਹਦਾ ਪ੍ਰਧਾਨ ਬਣਦਾ ਤੇ ਐਗਜ਼ੈਕਟਿਵ 'ਚ ਵੀ ਫਾਰਮੇਸ਼ਨ ਉਹੀ ਹੈ ਜਿਹੜੀ ਅੱਜ ਦੀ ਵੀ ਕੌਂਸੀ ਐਕਟ ਹੈ ਸਾਡਾ, ਉਹਦੇ 'ਚ ਵੀ ਪ੍ਰਧਾਨ ਕੋਲ ਕੋਈ ਪਾਵਰ ਨਹੀਂ ਹੈ। ਉਹ ਸਾਰੀਆਂ ਐਗਜ਼ੈਕਟਿਵ ਦੀਆਂ ਪਾਵਰ ਨੂੰ ਮਤਲਬ ਜਿਹੜੀਆਂ ਪ੍ਰਵਾਨਗੀ ਦੀ ਆਸ 'ਤੇ ਵਰਤਦਾ ਤੇ ਬਾਅਦ 'ਚੋਂ ਪ੍ਰਵਾਨਗੀ ਹੁੰਦੀ, ਕਿਉਂਕਿ ਧੜਾ ਇੱਕੋ ਬੈਠਾ ਅੰਦਰ ਤੇ ਪ੍ਰਵਾਨਗੀ ਹੋ ਜਾਂਦੀ ਹੈ, ਕੋਈ ਪ੍ਰੋਬਲਮ ਨਹੀਂ ਹੁੰਦੀ। ਤੇ ਜਦੋਂ ਉਹੀ ਰਿਪਰੈਜ਼ੈਂਟੇਸ਼ਨ ਦੇ ਨਾਲ ਐਗਜ਼ੈਕਟਿਵ ਵੀ ਬਣੀ ਹੋਏਗੀ ਤੇ ਫਿਰ ਕਿਸੇ ਦੀ ਪ੍ਰਵਾਨਗੀ ਨਹੀਂ ਹੋਏਗੀ, ਫਿਰ ਪਹਿਲੇ ਡਿਸਕਸ਼ਨ ਹੋਏਗੀ ਤੇ ਫਿਰ ਲਾਗੂ ਹੋਣਗੀਆਂ ਚੀਜ਼ਾਂ। ਕੁਝ ਇਹਦੇ ਬੈਨੀਫਿਟਸ ਨੇ ਇਸ ਗੱਲ ਦੇ, ਤੇ ਕੋਈ ਵੀ ਬੰਦੇ ਜਿਹੜੇ ਨੇ ਉਹ ਬਾਹਰ ਨਹੀਂ ਰਹਿ ਜਾਣਗੇ, ਹੈ ਨਾ। ਇਹ ਤੁਸੀਂ ਜਦੋਂ ਉਹ ਮੈਂ ਤੁਹਾਨੂੰ ਸੁਜੈਸਟ ਕਰਾਂਗਾ ਉਹ ਕਿਤਾਬ ਤੁਸੀਂ ਜ਼ਰੂਰ ਪੜ੍ਹੋ, ਉਹਦੇ 'ਚ ਉਹਨਾਂ ਨੇ ਟੇਬਲਸ ਬਣਾ ਕੇ ਵੀ ਕਿੱਦਾਂ ਜਿਹੜੀਆਂ ਘੱਟ ਪਰਸੈਂਟੇਜ ਵਾਲੇ ਨੇ ਹੌਲੀ 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 ਉਹ ਬਾਹਰ ਨਿਕਲ ਜਾਂਦੇ ਨੇ, ਉਹਨਾਂ ਦੀ ਗੱਲ ਸੁਣੀ ਹੋਈ ਨਹੀਂ ਜਾਂਦੀ। ਆਪਾਂ ਇਹ ਗੱਲ ਅੱਜ ਵੀ ਇੱਥੇ ਵੀ ਮੰਨ ਸਕਦੇ ਹਾਂ। ਹੁਣ ਜਦੋਂ ਅਸੀਂ ਸੋਚਦੇ ਹਾਂ ਕਿ ਪਰਸੈਂਟੇਜ ਰਿਪਰੈਜ਼ੈਂਟੇਟਿਵ ਸਿਸਟਮ ਜਿਹੜਾ ਇਹਨੂੰ ਡਿਵੈਲਪ ਕਰਨਾ ਚਾਹੀਦਾ ਫਰਦਰ, ਇਹਦਾ ਇਹ ਬਣਾ ਕੇ ਖਰੜਾ ਜਿਹੜੀ ਤੁਸੀਂ ਪੰਚਾਇਤੀ ਰਾਜ ਐਕਟ, ਮੈਂ ਹੁਣੇ ਸਰ ਹਰਮੀਤ ਸਿੰਘ ਜੀ ਨਾਲ ਗੱਲ ਕਰ ਰਿਹਾ ਸੀ ਕਿਉਂਕਿ ਐਕਸਪਰਟ ਨੇ ਇਸ ਮਾਮਲੇ 'ਚ, ਤੇ ਉਹਦੇ 'ਚ ਇੱਕ ਪ੍ਰੋਵੀਜ਼ਨ ਹੈ ਕਿ ਜੇ 5 ਸਾਲ ਬਾਅਦ ਪੰਚਾਇਤਾਂ ਦੀ ਚੋਣ ਨਹੀਂ ਹੁੰਦੀ ਤੇ ਪੰਚਾਇਤ ਭੰਗ। ਪਰ ਸ਼੍ਰੋਮਣੀ ਕਮੇਟੀ ਦੇ ਐਕਟ 'ਚ ਪ੍ਰੋਵੀਜ਼ਨ ਹੀ ਨਹੀਂ ਹੈਗੀ। ਉਹ ਚੱਲ ਰਿਹਾ ਤੇ 17 ਸਾਲ 19 ਸਾਲ 25 ਸਾਲ ਉਹ ਇੱਦਾਂ ਹੀ ਚੱਲੀ ਜਾ ਰਿਹਾ। ਤੇ ਜੇ ਇਹ ਪ੍ਰੋਵੀਜ਼ਨ ਬਣ ਜੇ ਤੇ ਮੈਨੂੰ ਲੱਗਦਾ ਹੈ ਕਿ ਜਿਹੜੀ ਤੁਸੀਂ ਕਹੋ ਕਿ ਜਿਹੜਾ ਉੱਥੇ ਬੈਠੇ ਹੁੰਦੇ ਨੇ ਉਹ ਆਪਣੇ ਆਪ ਕਹਿਣਗੇ ਵੀ ਇਲੈਕਸ਼ਨ ਕਰਵਾ ਲੈਣੀ ਚਾਹੀਦੀ ਜੀ। ਹੁਣ ਤੇ ਕੋਈ ਨਾ ਕੋਈ ਦਰਖਾਸਤ ਦੇ ਦਿੱਤੀ, ਕੋਈ ਘੁਣਤਰ ਪਾਤੀ, ਜਿਵੇਂ ਦਿੱਲੀ ਕਮੇਟੀ ਆਪਾਂ ਵੇਖਿਆ ਪਿੱਛੇ ਰੋਜ਼ ਕੋਰਟ 'ਚ ਹੁੰਦੇ ਸੀ ਸਿਰਫ ਇਲੈਕਸ਼ਨ ਨੂੰ ਡਿਲੇ ਕਰਨ ਦੇ ਲਈ, ਪਹੁੰਚਣ ਦੇ ਲਈ। ਤੇ ਪੰਜਾਬ 'ਚ ਹੋਏਗਾ ਤੇ ਇਹਦਾ ਪਰਮਾਨੈਂਟ ਗੁਰਦੁਆਰਾ ਕਮਿਸ਼ਨ ਹੋਏਗਾ, ਇਲੈਕਸ਼ਨ ਕਮਿਸ਼ਨ। ਇਹਦੇ 'ਚ ਵੋਟਾਂ ਨਾਲ, ਆਇਡੈਂਟੀ ਕਾਰਡ ਨਾਲ ਵੋਟ ਪੈਣੀ ਚਾਹੀਦੀ ਹੈ। ਵੋਟ ਦੀ ਬਣਾਉਣ ਦੀ ਕਾਰਵਾਈ ਵੀ ਸਰਕਾਰ ਨੂੰ ਕਰਨੀ ਚਾਹੀਦੀ ਹੈ, ਨਾ ਕਿ ਐਪਲੀਕੇਸ਼ਨ ਦੇ ਕੇ ਤੁਸੀਂ ਵੋਟ ਬਣਾਓ। ਉਹਦੇ ਨਾਲ ਗੁਰਦੁਆਰੇ ਦੀ ਚੋਣ ਨੂੰ ਜਦੋਂ ਤੁਸੀਂ ਐਨਾਲਾਈਜ਼ ਕਰਦੇ ਹੋ ਤੇ 2 3 4 5% ਦੇ ਵਾਲੇ ਬੰਦੇ ਜਿਹੜੇ ਨੇ ਉਹਨੂੰ ਚਲਾਉਂਦੇ ਰਹਿੰਦੇ ਨੇ ਫਿਰ, ਕਿਉਂਕਿ ਬਹੁਤੇ ਲੋਕ ਤਾਂ ਉਹਦੇ 'ਚ ਵੋਟਾਂ ਹੀ ਨਹੀਂ ਬਣਾਉਣ ਆਉਂਦੇ ਤੇ ਜਿਹੜੇ ਬਣਦੀਆਂ ਵੀ ਨੇ ਉਹਨਾਂ 'ਚ ਵੋਟਾਂ ਪੈਂਦੀਆਂ ਨਹੀਂ ਕਿਉਂਕਿ ਉਹਨਾਂ ਉਤਸ਼ਾਹ ਨਹੀਂ ਹੁੰਦਾ। ਉਹਨੂੰ ਵੀ ਉੱਦਾਂ ਦਾ ਸਿਸਟਮ ਕ੍ਰੀਏਟ ਕਰਨ ਦੀ ਲੋੜ ਹੈ। ਜਦੋਂ ਤੁਸੀਂ ਰਿਪਰੈਜ਼ੈਂਟੇਟਿਵ ਸਿਸਟਮ 'ਚ ਆਓਗੇ ਤੇ ਉਹਦੇ 'ਚੋਂ ਫਿਰ ਵੋਟਾਂ ਬਹੁਤ ਸਾਰੀਆਂ ਪੈਣ ਵਾਲੇ ਪਾਸੇ ਅਸੀਂ ਜਿਹੜਾ ਉਹ ਮੂਵ ਕਰ ਸਕਦੇ ਹਾਂ। ਮੈਨੂੰ ਲੱਗਦਾ ਹੈ ਕਿ ਮੋਟੇ ਰੂਪ 'ਚ ਇਹ 3 ਚੀਜ਼ਾਂ ਸਾਨੂੰ, ਕਿ ਅਸੀਂ ਪ੍ਰਿੰਸੀਪਲੀ ਸੈਲਫ ਗਵਰਨੈਂਸ ਵਾਲੇ ਪਾਸੇ ਜਾਣਾ ਚਾਹੁੰਦੇ ਹਾਂ। ਜਿੰਨੀ ਦੇਰ ਤੱਕ ਨਹੀਂ ਹੈ ਅਸੀਂ ਪੰਜਾਬ ਦਾ ਕੋਈ ਐਕਟ ਬਣੇ ਤੇ ਰਿਪਰੈਜ਼ੈਂਟੇਟਿਵ ਸਿਸਟਮ ਦੇ ਨਾਲ ਚੋਣਾਂ ਹੋਣ, ਇਹ ਮੈਂ ਸੁਜੈਸ਼ਨਸ ਰੱਖ ਰਿਹਾ। ਇਹਨੂੰ ਤੁਸੀਂ ਆਪਣੀ ਰਾਏ ਇਹਦੇ 'ਤੇ, ਕਿਉਂਕਿ ਤੁਸੀਂ ਸਾਰੇ ਮਾਹਿਰ ਹੋ, ਵਿਦਵਾਨ ਹੋ, ਇਹਨੂੰ ਜ਼ਰੂਰ ਜਿਹੜੀ ਹੈ ਗੱਲ ਨੂੰ ਵਾਪਸੀ ਜ਼ਰੂਰ ਦੱਸੋ ਪਲੀਜ਼। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ